लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। गुरु जी का खालसा वाहिगुरु जी की फतेह। अंग है 560। ਹੁਣ तक 12 शब्द संपूर्ण होए ने। वडहंस महला चौथा। घर पहला एक ओंकार सतगुर प्रसाद। सेज एक एको प्रभ ठाकुर। गुरमुख हर रावे सुख सागर। बड़हंस महला चौथा। कर पहला एक ओंकार सतगुर प्रसाद। सेज एक एको प्रभ ठाकुर। गुरमुख हर रावै सुख ना सागर। मैं प्रभ मिलन प्रेम मन आसा। गुर पूरा मिलावै मेरा प्रीतम। हाँ वार वार अपने गुरु को जसा। रहाओ। वडहंस महला चौथा। घर पहला एक ओंकार सतगुर प्रसाद। सेज एक एको प्रभ ठाकुर। गुरमुख हर रावे सुख सागर। महाराज गुरमुख ਜਿਹੜੇ ਇਨਸਾਨ ਨੇ, ਗੁਰਮੁਖ ਜਨ ਨੇ, ਸੇਵਕ ਨੇ, ਜਿਹੜੇ ਗੁਰੂ ਦੇ ਅਨੁਸਾਰੀ ਹੋ ਕੇ ਜੀਵਨ ਜਿਉਂਦੇ ਨੇ, ਉਹਨਾਂ ਦੀ ਜੀਵਨ ਦੀ ਜਾਂਚ ਬਾਰੇ ਦੱਸਦੇ ਨੇ ਕਿ ਉਹਨਾਂ ਦੀ ਲਿਵ ਉਸ ਮਾਲਕ ਨਾਲ ਲੱਗੀ ਰਹਿੰਦੀ ਹੈ। ਉਹ ਹਿਰਦੇ ਤੋਂ, ਉਹਨਾਂ ਦੀ ਹਿਰਦੇ ਰੂਪੀ ਸੇਜ ਤੇ ਉਹ ਮਾਲਕ ਉਹ ਇੱਕ ਨੂੰ ਧਿਆਉਂਦੇ ਨੇ, ਉਹਦੇ ਨਾਲ ਬਿਰਤੀ ਲੱਗੀ ਰਹਿੰਦੀ। ਯਾਨੀ ਏਕ ਸੇਜ ਏਕੋ ਪ੍ਰਭ ਠਾਕੁਰ ਗੁਰਮੁਖ ਹਰ ਰਾਵੇ। ਅਤੇ ਜਿਹੜਾ ਗੁਰਮੁਖ ਹੈ, ਗੁਰੂ ਦਾ ਅਨੁਸਾਰੀ ਹੋ ਕੇ ਉਸ ਆਨੰਦ ਨੂੰ ਮਾਣਦਾ, ਭੋਗਦਾ, ਜਿਹੜਾ ਕਿ ਸੁੱਖਾਂ ਦਾ ਸਾਗਰ ਹੈ। ਉਹ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਉਹਦੇ ਸੁੱਖਾਂ ਦੇ ਸਾਗਰ ਨੂੰ, ਭਾਵ ਉਹਦੇ ਗੁਣਾਂ ਨੂੰ ਭੋਗਦਾ, ਆਨੰਦ ਲੈਂਦਾ ਉਹਦਾ ਪੂਰਾ। ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ। ਅਤੇ ਅਗਲੀ ਗੱਲ ਮਨ ਕਹਿੰਦੇ ਮੇਰੇ ਮਨ ਵਿੱਚ ਵੀ ਇਹ ਆਸ ਪੈਦਾ ਹੋਈ। ਆਸ ਹੈ ਬਹੁਤ ਵੱਡੀ ਕਿ ਮੈਂ ਵੀ ਆਪਣੇ ਉਸ ਪ੍ਰਭੂ ਨੂੰ ਮਿਲ ਲਵਾਂ, ਮੈਂ ਵੀ ਉਸ ਆਨੰਦ ਨੂੰ ਮਾਣ ਲਵਾਂ, ਜਾਣ ਲਵਾਂ। ਗੁਰ ਪੂਰਾ ਮਿਲਾਵੈ ਮੇਰਾ ਪ੍ਰੀਤਮ। ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾਂ। ਰਹਾਉ ਦੀ ਇਸ ਪੰਕਤੀ 'ਚ ਮਾਰੇ ਨਾਲ ਹੀ ਉੱਤਰ ਦਿੱਤਾ ਹੈ ਕਿ ਪੂਰਾ ਗੁਰੂ ਮੈਨੂੰ ਮਿਲਾ ਸਕਦਾ, ਪੂਰਾ ਗੁਰੂ ਹੀ ਮੈਨੂੰ ਉਸ ਮਾਲਕ ਨਾਲ ਮਿਲਾ ਸਕਦਾ। ਮੈਂ ਇਸ ਕਰਕੇ ਆਪਣੇ ਗੁਰੂ ਤੋਂ ਸਦਕੇ ਜਾਂਦੇ ਹਾਂ, ਵਾਰ-ਵਾਰ ਜਾਣਾ, ਮੈਂ ਸਦਕੇ ਜਾਣਾ, ਭੋਲੀ ਜਾਣਾ, ਬਲਿਹਾਰ ਜਾਣਾ ਆਪਣੇ ਗੁਰੂ ਤੋਂ, ਕਿਉਂਕਿ ਮੈਨੂੰ ਮੇਰਾ ਗੁਰੂ ਹੀ ਉਸ ਨੂੰ ਮਿਲਾ ਸਕਦਾ ਹੈ। ਹਾਂਜੀ। मैं अवगण भरपूर शरीरे। मैं अवगुण भरपूर शरीरे। हाँ क्यों कर मिला अपने प्रीतम पूरे। हाँ क्योंकि किसी ਨੂੰ ਮਿਲਣ ਜਾਣ ਤੋਂ ਪਹਿਲਾਂ ਆਪਾਂ ਨੂੰ ਵੇਖਣਾ ਪੈਂਦਾ ਵੀ ਕੀ ਅਸੀਂ ਉਹਦੇ ਯੋਗ ਹਾਂ ਕਿ ਨਹੀਂ। ਭਾਂਡੇ ਵਿੱਚ
ਕੁਝ ਵੀ ਪਾਉਣ ਤੋਂ ਪਹਿਲਾਂ ਵੇਖਣਾ ਪੈਂਦਾ ਹੈ ਕਿ ਭਾਂਡਾ ਯੋਗ ਵੀ ਹੈ ਕਿ ਨਹੀਂ ਉਹਦੇ। ਆਪਾਂ ਆਪਣੇ ਦਫ਼ਤਰਾਂ ਵਿੱਚ ਵੀ ਵੇਖਦੇ ਹਾਂ ਕਿ ਬਿਨਾਂ ਇਜਾਜ਼ਤ ਤੋਂ ਤੁਸੀਂ ਵੱਡੇ ਅਫਸਰ ਨੂੰ ਵੀ ਨਹੀਂ ਮਿਲ ਸਕਦੇ, ਪਹਿਲਾਂ ਮਨਜ਼ੂਰੀ ਲੈਣੀ ਪੈਂਦੀ ਹੈ। ਤੇ ਉਸ ਮਾਲਕ ਨੂੰ ਮਿਲਣ ਵਾਸਤੇ ਮਹਾਰਾਜ ਗੱਲ ਕਰਦੇ ਨੇ, ਮੈਂ ਅਵਗਣ ਭਰਪੂਰ ਸਰੀਰੇ, ਕਹਿੰਦੇ ਮੈਂ ਤੇ ਔਗਣਾਂ ਨਾਲ ਭਰੀ ਹੋਈ ਹਾਂ, ਪੂਰੇ ਸਰੀਰ, ਸਾਰਾ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਔਗਣ ਹੀ ਔਗਣ ਨੇ। ਉਸ ਮਾਲਕ ਨੂੰ ਜਿਹੜਾ ਕਿ ਗੁਣੀ ਨਿਧਾਨ ਹੈ, ਜਿਹੜਾ ਕਿ ਗੁਣਾਂ ਦਾ ਖਜ਼ਾਨਾ ਹੈ, ਸਾਡਾ ਮੇਲ ਕਿਵੇਂ ਹੋ ਸਕਦਾ ਉਹਦੇ ਨਾਲ? ਹਉ ਕਿਉਂ ਕਰ ਮਿਲਾਂ ਆਪਣੇ ਪ੍ਰੀਤਮ ਪੂਰੇ, ਅਸੀਂ ਤੇ ਔਗਣਾ ਕਰਕੇ ਅਧੂਰੇ ਆ। ਉਹ ਪਿਆਰਾ ਮੇਰਾ ਪ੍ਰੀਤਮ, ਉਹ ਵਾਹਿਗੁਰੂ ਅਕਾਲ ਪੁਰਖ ਜਿਹੜਾ ਕਿ ਪੂਰਾ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਕਹਿੰਦੇ ਅਸੀਂ ਕਿਵੇਂ ਮਿਲੀਏ? ਫਿਰ ਸਵਾਲ ਕੀਤਾ, ਕਹਿੰਦੇ ਕਿਵੇਂ ਮਿਲਾਂ ਮੈਂ, ਕਿਵੇਂ ਮਿਲ ਸਕਦੇ ਹਾਂ ਅਸੀਂ ਉਸ ਮਾਲਕ ਨੂੰ, ਪਿਆਰੇ ਨੂੰ? ਅਸੀਂ ਤੇ ਔਗਣਾਂ ਨਾਲ ਭਰੇ ਪਏ ਹਾਂ। ਹਾਂਜੀ। ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ, ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ, ਸੇ ਮੈਂ ਗੁਣ ਨਾਹੀ ਹੋਂ ਕਿਉ ਮਿਲਾ ਮੇਰੀ ਮਾਇਆ। ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ, ਸੇ ਮੈਂ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ। ਮਹਾਰਾਜ ਗੱਲ ਅਗਲੀ ਕਰਦੇ ਨੇ ਕਿ ਜਿਨ੍ਹਾਂ ਨੇ ਮੇਰੇ ਪਿਆਰੇ ਨੂੰ ਪਾਇਆ, ਜਿਹੜੇ ਉਸ ਆਨੰਦ ਨੂੰ ਮਾਣਦੇ ਨੇ, ਜਿਨ ਗੁਣਵੰਤੀ, ਆਪਾਂ ਪੜ੍ਹੋ ਨੇ ਬਾਣੀ 'ਚ ਸਰਲੇਖ ਵੀ ਨੇ, ਗੁਣਵੰਤੀ ਔਗੁਣਵੰਤੀ, ਸੁਚੱਜੀ ਕੁਚੱਜੀ, ਮਨਮੁਖ ਗੁਰਮੁਖ, ਅਗਲੇ ਬਿਨ ਗੁਣ ਕੀਤੇ ਭਗਤ ਨਾ ਹੋਏ। ਆਪਣੇ ਅੰਦਰ ਗੁਣ ਪੈਦਾ ਕੀਤੇ ਤੋਂ ਬਿਨਾਂ ਉਸ ਗੁਣਵੰਤ ਨੂੰ ਮਾਇਆ ਨਹੀਂ ਜਾ ਸਕਦਾ। ਤੇ ਮਹਾਰਾਜ ਕਹਿੰਦੇ ਭਾਈ, ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ, ਜਿਨ੍ਹਾਂ ਗੁਣਵਾਨ ਗੁਰਮੁਖ ਪਿਆਰਿਆਂ ਨੇ ਗੁਣ ਪੈਦਾ ਕਰਕੇ ਆਪਣੇ ਅੰਦਰ ਉਸ ਮੇਰੇ ਪਿਆਰੇ ਨੂੰ, ਮੇਰੇ ਪ੍ਰੀਤਮ ਨੂੰ ਪਾਇਆ ਹੈ, ਸੇ ਮੈਂ ਗੁਣ ਨਾਹੀ, ਉਹ ਗੁਣ ਮੇਰੇ ਵਿੱਚ ਨਹੀਂ ਹਨ। ਹਉ ਕਿਉਂ ਮਿਲਾ ਮੇਰੀ ਮਾਇਆ, ਐ ਮੇਰੀ ਮਾਂ ਮੈਂ ਫਿਰ ਕਿਵੇਂ ਮਿਲ ਸਕਦੀ ਹਾਂ ਉਸ, ਮੈਂ ਆਪਣੇ ਉਸ ਪਿਆਰੇ ਨੂੰ ਕਿਵੇਂ ਮਿਲ ਸਕਦੀ ਹਾਂ, ਕਿਉਂਕਿ ਮੇਰੇ ਅੰਦਰ ਤੇ ਉਹ ਗੁਣ ਹੀ ਹੈ ਨਹੀਂ। ਪਰਮਾਤਮਾ ਨਾਲ ਸਾਂਝ ਮਹਾਰਾਜ ਇੱਥੋਂ ਸਪਸ਼ਟ ਕਰਦੇ ਨੇ, ਸਾਡੀ ਸਾਂਝ ਉਸ ਵਾਹਿਗੁਰੂ ਅਕਾਲ ਪੁਰਖ ਜੀ ਨਾਲ ਗੁਣਾਂ ਦੀ ਹੈ, ਸਰੀਰਾਂ ਦੀ ਨਹੀਂ। ਸਰੀਰਾਂ ਦੀ ਕੋਈ ਸਾਂਝ ਨਹੀਂ, ਇੱਥੇ ਮੈਂ ਕਹਿੰਦਾ ਗੁਣਾਂ ਦੀ ਸਾਂਝ ਹੈ। ਉਹਦਾ ਤੇ ਕੋਈ ਰੂਪ ਰੇਖ ਰੰਗ ਭੇਤ ਹੈ ਹੀ ਨਹੀਂ, ਸਰੀਰਕ ਸਾਂਝ ਕੋਈ ਨਹੀਂ ਹੈ। ਕਹਿੰਦੇ ਪਰ ਮੇਰੇ ਵਿੱਚ ਉਹ ਗੁਣ ਨਹੀਂ, ਅਸੀਂ ਕਿਵੇਂ ਮਿਲ ਸਕਦੇ ਹਾਂ? ਐ ਮੇਰੀ ਮਾਂ, ਫਿਰ ਮੈਂ ਉਹਨੂੰ ਕਿਵੇਂ ਪ੍ਰਾਪਤ ਕਰਾਂ? ਕਿਉਂਕਿ ਮੇਰੇ ਵਿੱਚ ਉਹ ਗੁਣ ਨਹੀਂ ਜਿਹੜੇ ਕਿ ਗੁਣਵੰਤੀਆਂ 'ਚ ਨੇ, ਜਿਹੜੇ ਉਹਨਾਂ ਮਹਾਨ ਪੁਰਸ਼ਾਂ ਵਿੱਚ ਨੇ, ਜਿਹੜੇ ਉਹਨਾਂ ਗੁਰਮੁਖਾਂ ਵਿੱਚ ਨੇ। ਉਹ ਗੁਰਮੁਖਾਂ ਵਾਲੇ ਗੁਣ ਮੇਰੇ ਵਿੱਚ ਨਹੀਂ ਹਨ। ਹਾਂਜੀ। ਹਉ ਕਰ ਕਰ ਥਾਕਾ ਉਪਾਵ ਬੋ ਤੇਰੇ, ਹਉ ਕਰ ਕਰ ਥਾਕਾ ਉਪਾਵ ਬੋ ਤੇਰੇ, ਨਾਨਕ ਗਰੀਬ ਰਾਖੋ ਹਰ ਮੇਰੇ। ਹਉ ਕਰ ਕਰ ਥਾਕਾ ਉਪਾਵ ਬੋ ਤੇਰੇ, हे ਪ੍ਰਭੂ ਤੈਨੂੰ ਮਿਲਣ ਲਈ ਮੈਂ ਬੜੇ ਉਪਾਅ ਕੀਤੇ ਨੇ, ਬੜੇ ਕਰਮ ਕਾਂਡ ਕਰਕੇ ਕਰ ਕਰਕੇ ਮੈਂ ਥੱਕ ਗਿਆ। ਘਰ-ਬਾਰ ਛੱਡ ਦਿੱਤਾ, ਘੱਟ ਖਾਣਾ ਕਰ ਦਿੱਤਾ, ਕੱਪੜੇ ਪਾਉਣੇ ਛੱਡ ਦਿੱਤੇ, ਤੀਰਥਾਂ 'ਤੇ ਘੁੰਮਦਾ ਰਿਹਾ, ਬੜਾ ਕੁਝ ਕਰਦਾ ਰਿਹਾ, ਪਰ ਤੇਰੀ ਪ੍ਰਾਪਤੀ ਨਾ ਹੋ ਸਕੀ, ਕਿਉਂਕਿ ਉਹਨਾਂ ਚੀਜ਼ਾਂ ਵਿੱਚ ਹਉਮੈ ਪ੍ਰਗਟ ਹੋ ਗਈ। ਤੇ ਅਖੀਰ ਨੂੰ ਫਿਰ ਮਹਾਰਾਜ ਨੇ ਇੱਕੋ ਗੱਲ ਕਹੀ, ਕਿਉਂਕਿ ਸਾਹਿਬ ਅੱਗੇ ਹੁਕਮ ਨਾ ਚੱਲੇ ਕਿ ਹੀ ਬਣੇ ਅਰਦਾਸ, ਅਸੀਂ ਅਰਦਾਸ ਕਰ ਸਕਦੇ ਹਾਂ। ਤੇ ਮਹਾਰਾਜ ਕਹਿੰਦੇ ਮੈਂ ਸਾਰਾ ਕੁਝ ਛੱਡ ਕੇ ਨਾਨਕ ਗਰੀਬ ਰਾਖੋ ਹਰ ਮੇਰੇ। हे ਪ੍ਰਭੂ ਮੈਂ ਤੇ ਗਰੀਬ ਹਾਂ। ਇੱਥੇ ਗਰੀਬ ਤੋਂ ਭਾਵ ਹੈ ਕਿ ਮੇਰੇ ਅੰਦਰ ਗੁਣ ਕੋਈ ਨਹੀਂ, ਤੁਸੀਂ ਕਿਰਪਾ ਕਰ ਕੋ ਤੇਰੇ ਦਰ ਤੇ ਡਿੱਗ ਪਏ ਆ ਕੇ, ਬਸ ਹੁਣ ਸਾਨੂੰ ਰੱਖ ਲਓ ਆਇਆਂ ਨੂੰ। ਜਿਸ ਦਿਨ ਅਸੀਂ ਆਪਣੇ ਆਪ ਨੂੰ ਮਿਟੇ ਕੇ ਗੁਰੂ ਅੱਗੇ ਸਮਰਪਣ ਹੋ ਜਾਵਾਂਗੇ ਤੇ ਫਿਰ ਗੁਰੂ ਕਿਰਪਾ ਕਰਦਾ ਹੈ। ਉਹ ਦਿਆਲੂ ਹੈ, ਕਿਰਪਾਲੂ ਹੈ, ਮਿੱਠ ਬੋਲੜਾ ਹੈ, ਇਹ ਉਹਦੇ ਗੁਣ ਨੇ। ਜਦ ਤੱਕ ਮੈਂ ਨਾਲ ਲੱਗੇ ਰਹਾਂਗੇ ਕਿ ਮੈਂ ਕਰ ਰਿਹਾ, ਮੈਂ ਪਾ ਲਾਂਗਾ, ਨਹੀਂ ਪਾ ਸਕਾਂਗੇ। ਇੱਕੋ ਇੱਕ ਤਰੀਕਾ ਮਹਾਰਾਜ ਨੇ ਸਾਨੂੰ ਨਾਲ ਦੀ ਨਾਲ ਹੀ ਉਹਦਾ ਫੈਸਲਾ ਦਿੱਤਾ ਕਿ ਆਪਣੇ ਆਪ ਨੂੰ ਢਾਹ ਕੇ, ਆਪਣੀ ਹਉਮੈ ਨੂੰ ਛੱਡ ਕੇ, ਜਦੋਂ ਅਸੀਂ ਦਰ ਤੇ ਆ ਡਿੱਗੇ ਹਾਂ, ਪ੍ਰਭੂ ਹੁਣ ਤੂੰ ਕਿਰਪਾ ਕਰ, ਤੂੰ ਬਖਸ਼ਿਸ਼ ਕਰ। ਹਾਂਜੀ।
ਬੜਹੰਸ ਮਹੱਲਾ ਚੌਥਾ। ਹੰਸ ਮਹੱਲਾ ਚੌਥਾ। ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ। ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ। ਹਾਂ ਹਰ ਪ੍ਰਭ ਛੋੜ ਦੂਜੈ ਲੋਵਾਣੀ। ਹਾਂ ਕਿਉਂ ਕਰ ਫਿਰ ਕੋ ਮਿਲੇ ਇਆਣੀ। ਮਿਲੋ ਇਆਣੀ। ਜੋ ਪਿਰ ਭਾਵੈ ਸਾਈ ਸੁਹਾਗਣ ਸਾਈ। ਭਾਵੈ ਸਾ ਸੁਹਾਗਣ। ਸਾਈ ਪਿਰ ਕੋ ਮਿਲੈ ਸਿਆਣੀ। ਰਹਾਉ। ਵਡਹੰਸ ਮਹੱਲਾ ਚੌਥਾ। ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨ ਜਾਣੀ। ਮੇਰਾ ਪ੍ਰਭੂ ਬਹੁਤ ਸੁੰਦਰ ਹੈ, ਅਤ ਸੋਹਣਾ, ਮਨ ਮੋਹਣਾ। ਮਾਰੇ ਕਹਿੰਦੇ ਮਨ ਨੂੰ ਮੋਹ ਲੈਣ ਵਾਲਾ ਹੈ, ਕਿਉਂਕਿ ਮਨ ਸਾਡਾ ਸੁੰਦਰਤਾ ਦਾ ਸਦਾਈ ਹੈ, ਤੜਕ ਭੜਕ ਦਾ ਸਦਾਈ ਹੈ। ਇਸ ਕਰਕੇ ਇਹ ਮਾਇਆ ਦੀ ਤੜਕ ਭੜਕ ਨੂੰ ਵੇਖ ਕੇ, ਲਿਸ਼ਕ ਪੁਛ ਨੂੰ ਵੇਖ ਕੇ ਮੋਹਿਆ ਜਾਂਦਾ ਹੈ, ਕਿਉਂਕਿ ਅਜੇ ਨੇ ਆਪਣੇ ਮਾਲਕ ਦੇ ਦਰਸ਼ਨ ਨਹੀਂ ਕੀਤੇ। ਮੈਂ ਕਹਿੰਦਾ ਮੇਰਾ ਪ੍ਰਭੂ ਤੇ ਬਹੁਤ ਸੁੰਦਰ ਹੈ। ਉਹ ਪ੍ਰਭੂ ਸਤਿਅਮ ਸ਼ਿਵਮ ਸੁੰਦਰਮ ਕਿਹਾ ਜਾਂਦਾ ਸ਼ਬਦ ਇਹ। ਉਹ ਸੱਤ ਹੈ, ਹਮੇਸ਼ਾ ਰਹਿਣ ਵਾਲਾ ਹੈ, ਸੋਹਣਾ ਹੈ। ਇਸ ਕਰਕੇ ਮੈਂ ਕਹਿੰਦਾ ਪਰ ਮੈਂ ਉਹਦੀ ਕਦਰ ਨਾ ਜਾਣੀ, ਸਮਝ ਹੀ ਨਹੀਂ ਸਕੇ ਅਸੀਂ ਉਸ ਨੂੰ। ਹੋਂ ਹਰ ਪ੍ਰਭ ਛੋੜ ਦੂਜੈ ਲੋਭਾਣੀ। ਇਸ ਕਰਕੇ ਮੈਂ ਉਸ ਪ੍ਰਭੂ ਨੂੰ ਛੱਡ ਕੇ ਦੂਜੇ ਪਾਸੇ ਮਾਇਆ ਦੇ ਲੋਭ ਵਿੱਚ ਪੈ ਗਈ। ਅਸੀਂ ਤੇ ਮਾਇਆ ਦੇ ਲੋਭ ਵਿੱਚ ਪੈ ਗਏ। ਬਾਹਰਲੇ ਵਿਖਾਵੇ ਜੋ ਚੀਜ਼ ਸਾਨੂੰ ਨਜ਼ਰ ਆਉਂਦੀ ਹੈ ਨਾ, ਅਸੀਂ ਤੇ ਉਧਰ ਹੋ ਗਏ ਵੀ ਉਹ ਚੀਜ਼ ਸੋਹਣੀ ਹੈ, ਉਹ ਚੀਜ਼ ਸੋਹਣੀ ਹੈ। ਮਾਰੇ ਕਹਿੰਦੇ ਸੇਈ ਸੁੰਦਰ ਸੋਹਣੇ ਸਾਧ ਸੰਗਤ ਜੇ ਬਹਿਣੇ। ਜਿਨ੍ਹਾਂ ਦਾ ਜੀਵਨ ਸੋਹਣਾ ਹੈ, ਜਿਨ੍ਹਾਂ ਦੀ ਬੋਲ ਚਾਲ ਸੁੰਦਰ ਹੈ, ਜਿਨ੍ਹਾਂ ਦੇ ਅੰਦਰ ਵਿਕਾਰਾਂ ਦੀ ਖਾਤਮਾ ਹੋਇਆ ਪਿਆ, ਜਿਹੜੇ ਅੰਦਰੋਂ ਸਾਫ਼ ਨੇ, ਪਵਿੱਤਰ ਨੇ, ਨਿਰਮਲ ਨੇ, ਉਹ ਸੋਹਣੇ ਨੇ। ਇਸ ਕਰਕੇ ਮਾਰੇ ਕਹਿੰਦੇ ਅਸੀਂ ਉਸ ਮਾਲਕ ਨੂੰ ਛੱਡ ਕੇ ਉਹਦੀ ਸਮਝ ਨਾ ਸਕੇ ਕਦਰ ਨੂੰ, ਤੇ ਦੂਜੇ ਪਾਸੇ ਨੂੰ ਲੁਭਾਈਮਾਨ ਹੋ ਗਏ। ਹੋਂ ਕਿਉਂ ਕਰ ਫਿਰ ਕੋ ਮਿਲੋ ਇਆਣੀ। ਕਹਿੰਦੇ ਅਸੀਂ ਤੇ ਬੇਸਮਝ ਹੋ ਗਏ, ਕਿਉਂਕਿ ਸਮਝ ਕੋਈ ਨਹੀਂ ਸੀ। ਇਆਣੀ ਸਾਂ ਮੈਂ, ਆਪਣੇ ਮਾਲਕ ਨੂੰ ਫਿਰ ਕਿਵੇਂ ਮਿਲੀਏ। ਸਵਾਲ ਹੈ ਕਿ ਸਮਝ ਨਹੀਂ ਸੀ, ਫਿਰ ਕਿਵੇਂ ਮਿਲੀਏ। ਜੋ ਫਿਰ ਭਾਵੈ ਸਾ ਸੁਹਾਗਣ ਸਾਈ ਫਿਰ ਕੋ ਮਿਲੈ ਸਿਆਣੀ। ਦੇਖੋ ਮਹਾਰਾਜ ਨਾਲ ਦੀ ਨਾਲ ਉੱਤਰ ਦਿੰਦੇ ਨੇ, ਜਿਹੜੀ ਆਪਣੇ ਮਾਲਕ ਨੂੰ, ਉਸ ਪ੍ਰਭੂ ਨੂੰ ਭਾ ਗਈ, ਜਿਹੜੀ ਉਹਦੇ ਭਾਣੇ ਵਿੱਚ ਰਹਿੰਦੀ ਹੈ ਜੀਵਾਤਮਾ, ਕਹਿੰਦੇ ਭਾਈ ਉਹ ਸੁਹਾਗਣ ਹੈ। ਉਹ ਹੀ ਉਸ ਮਾਲਕ ਨੂੰ ਮਿਲਦੀ, ਕਿਉਂਕਿ ਉਹੀ ਉਹ ਸਿਆਣੀ ਹੈ। ਉਹ ਸਿਆਣੀ ਇਸ ਕਰਕੇ ਆ ਕਿਉਂਕਿ ਉਹਨੇ ਆਪਣੀ ਮੈਂ ਨੂੰ ਖਤਮ ਕਰ ਲਿਆ। ਉਹਨੇ ਸਮਝ ਲਿਆ ਕਿ ਉਹਦੀ ਰਜ਼ਾ ਤੇ ਹੁਕਮ ਵਿੱਚ ਰਹਿ ਕੇ ਹੀ ਉਹਨੂੰ ਪਾਇਆ ਜਾ ਸਕਦਾ ਹੈ। ਹਾਂਜੀ। ਮੈਂ ਵਿੱਚ ਦੋਸ਼ ਹੋਂ ਕਿਉਂ ਕਰ ਫਿਰ ਪਾਵਾਂ। ਤੇਰੇ ਅਨੇਕ ਪਿਆਰੇ ਹੋਂ ਫਿਰ ਚਿਤ ਨ ਆਵਾਂ। ਮੈਂ ਵਿੱਚ ਦੋਸ਼ ਹੋਂ ਕਿਉਂ ਕਰ ਫਿਰ ਪਾਵਾਂ। ਕਹਿੰਦੇ ਕਿਵੇਂ ਪਾ ਸਕਦੇ ਅਸੀਂ ਆਪਣੇ ਮਾਲਕ ਨੂੰ? ਦੋਸ਼ ਸਾਡੇ ਵਿੱਚ ਹੀ ਨੇ। ਜਦੋਂ ਬਾਬਾ ਅਮਰਦਾਸ ਜੀ ਨੇ ਅਖੀਰੀ ਇਮਤਿਹਾਨ ਲੈਣੇ ਸ਼ੁਰੂ ਕੀਤੇ, ਕਿਉਂਕਿ ਸਮਾਂ ਨੇੜੇ ਵੇਖ ਲਿਆ ਉਹਨਾਂ ਨੇ, ਉਹਨਾਂ ਵਿੱਚ ਭਾਈ ਜੇਠਾ ਜੀ ਵੀ ਸਨ, ਜਿਨ੍ਹਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ। ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਉਦੋਂ ਇਹਨਾਂ ਦਾ ਨਾਮ ਭਾਈ ਜੇਠਾ ਜੀ ਸੀ। ਭਾਈ ਰਾਮਾ ਜੀ ਜਿਹੜੇ ਕਿ ਇਹਨਾਂ ਦੇ ਸਾਧੂ ਸਨ, ਪੁੱਤਰ ਬਾਬਾ ਅਮਰਦਾਸ ਜੀ ਦੇ। ਸਾਰਿਆਂ ਨੂੰ ਕਿਹਾ ਗਿਆ ਕਿ ਥੜੇ ਬਣਾਓ। ਗੱਲ ਥੜੇ ਬਣਾਉਣ ਦੀ ਨਹੀਂ ਸੀ, ਗੱਲ ਤੇ ਅੰਦਰਲੀ ਆਗਿਆ ਦੀ ਸੀ ਕਿ ਪੇਸ਼ੈਂਸ ਕਿੰਨੀ ਕੁ ਇਹਨਾਂ ਵਿੱਚ। ਵੇਖਾਂ ਤੇ ਸਹੀ ਇਹ ਕਿੰਨਾ ਕੁ ਜਰ ਸਕਦੇ ਨੇ, ਕਿੰਨਾ ਕੁ ਸਹਿ ਸਕਦੇ ਨੇ। ਕਿਉਂਕਿ ਕੋਈ ਚੀਜ਼ ਆਪਾਂ ਲਾਉਨੇ ਆ, ਐਵਨ ਕਿ ਮੈਂ ਬਹੁਤੀ ਗੱਲ ਨਹੀਂ ਕਹਿੰਦਾ ਕਿ ਆਪਾਂ ਜੇ ਕਿੱਲਾ ਵੀ ਗੱਡੀ ਨਾ ਵੱਜਦਾ ਉਹਨੂੰ ਵੀ ਆਪਾਂ ਹਿਲਾ ਕੇ ਵੇਖਦੇ ਹਾਂ ਵੀ ਠੀਕ ਹੈ, ਖੜ ਜੂਗਾ ਇਹ।
ਜਿਹਨੂੰ ਐਡੀ ਵੱਡੀ ਜ਼ਿੰਮੇਵਾਰੀ ਸੌਂਪਣੀ ਸੀ, ਬਿਨਾਂ ਐਗਜ਼ਾਮ ਤੋਂ ਕਿਵੇਂ ਕਰ ਸਕਦੇ ਸੀ। ਹੁਣ ਕਹਿੰਦੇ ਕਿ ਜਦੋਂ ਉਹਨਾਂ ਦੇ ਪੁੱਤਰਾਂ ਨੂੰ ਕਿਹਾ ਗਿਆ, ਉਹ ਕਹਿੰਦੇ ਇਹ ਵੀ ਕੋਈ ਕੰਮ ਹੈ ਕਰਨ ਵਾਲਾ ਜੀ, ਤੇ ਰਹਿ ਗਏ ਦੋਵੇਂ ਜਵਾਈ। ਹੁਣ ਬਣਾਇਆ ਥੜਾ, ਤੇ ਮਹਾਰਾਜ ਦੂਜੇ ਦਿਨ ਆਏ। ਮਹਾਰਾਜ ਨੇ ਕਿਹਾ ਵੀ ਇਹ ਇਸ ਤਰ੍ਹਾਂ ਬਣਾਉਣਾ ਸੀ, ਇਸ ਤਰ੍ਹਾਂ ਨਹੀਂ ਬਣਾਇਆ ਗਿਆ, ਮੈਂ ਇਸ ਤਰ੍ਹਾਂ ਕਹਿ ਕੇ ਗਿਆ ਸੀ, ਇਹਨੂੰ ਇਸ ਤਰ੍ਹਾਂ ਬਣਾਉਣਾ ਸੀ। ਤੇ ਭਾਈ ਜੇਠਾ ਜੀ ਹੱਥ ਜੋੜ ਕੇ ਖਲੋ ਗਏ ਕਿ ਮਹਾਰਾਜ ਜੀ ਸਾਡੀ ਸਮਝ ਥੋੜ੍ਹੀ ਹੈ, ਸਾਨੂੰ ਇੰਨੀ ਸਮਝ ਨਹੀਂ, ਕਹੋ ਤੇ ਦੁਆਰੇ ਢਾਹ ਕੇ ਬਣਾ ਦਿੰਦੇ ਆ ਜੀ। ਤੇ ਭਾਈ ਰਾਮਾ ਜੀ ਕਹਿੰਦੇ ਮਹਾਰਾਜ ਤੁਹਾਡੀ ਨਾ ਉਮਰ 90 ਸਾਲ ਦੀ ਹੋ ਗਈ, ਤੁਹਾਨੂੰ ਆਪ ਦਾ ਪਤਾ ਨਹੀਂ ਲੱਗਦਾ ਕੁਛ, ਬਜ਼ੁਰਗ ਹੋ ਗਏ ਹੋ, ਤੁਸੀਂ ਭੁੱਲ ਜਾਂਦੇ ਹੋ, ਐਂ ਹੀ ਕਹਿ ਕੇ ਗਏ ਸੀ, ਹੁਣ ਤੁਸੀਂ ਮੁੱਕਰ ਗਏ। ਸਵਾਲ ਜਵਾਬ ਖੜੇ ਹੋ ਗਏ ਨਾ, ਸਵਾਲ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾਂ ਜਾਏ। ਬਣਾ ਦਿੱਤੇ ਗਏ, ਦੁਬਾਰੇ ਫੇਰ ਢਵਾਏ, 3 ਵਾਰੀ 4 ਵਾਰੀ ਢਵਾਏ। ਉਹਦਾ ਮਤਲਬ ਇਹੀ ਹੋਈ ਸੀ ਕਿ ਜਿਸ ਥੜੇ ਤੇ ਬੈਠਣਾ ਉਹ ਥੜੇ 'ਚ ਸਥਿਰਤਾ ਹੋਣੀ ਚਾਹੀਦੀ ਹੈ, ਕਿਉਂਕਿ ਅਸੀਂ ਗੁਰੂ ਨੂੰ ਸਮਝ ਨਹੀਂ ਸਕੇ। ਇੱਥੇ ਵੀ ਮਹਾਰਾਜ ਅਸੀਂ ਆਪਾਂ ਵੀ ਵੇਖਦੇ ਹਾਂ, ਹੁਣ ਜਦੋਂ ਅਸੀਂ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਦੇਖਦੇ ਹਾਂ, ਅਸੀਂ ਕਹਿੰਦੇ ਨਾ ਜੀ ਮੇਰੇ 'ਚ ਦੋਸ਼ ਥੋੜ੍ਹੀ, ਤੁਹਾਡੇ 'ਚ ਹੀ ਹੈ ਜੀ। ਆਪਾਂ ਕਹਿ ਦਿੰਦੇ ਹਾਂ ਮੈਂ ਤਾਂ ਠੀਕ ਹਾਂ ਜੀ, ਤੁਸੀਂ ਵੀ ਗਲਤ ਹੋ ਸਕਦੇ ਹੋ, ਮੈਨੂੰ ਤਾਂ ਹੀ ਪੜ੍ਹਾਇਆ ਗਿਆ ਸੀ। ਨਹੀਂ ਮੰਨਿਆ ਜਾਂਦਾ, ਚੱਲਦਾ, ਕਿਉਂਕਿ ਮੈਂ ਦੋਸ਼ ਨਹੀਂ ਸਾਡਾ, ਅਸੀਂ ਮੰਨਦਾ ਨਹੀਂ। ਜਿਹੜਾ ਬੰਦਾ ਆਪਣੇ ਦੋਸ਼ ਨੂੰ ਮੰਨ ਲਏ ਉਹ ਤਾਂ ਬੜਾ ਉੱਤਮ ਹੁੰਦਾ ਹੈ। ਆਪਣੀ ਗਲਤੀ ਨੂੰ ਮੰਨ ਲੈਣਾ ਇੱਕ ਵੱਡਾ ਸਤਿਕਾਰਯੋਗ ਤੇ ਉਹ ਬੰਦਾ ਵਿਦਵਾਨਾਂ 'ਚ ਗਿਣਿਆ ਜਾ ਸਕਦਾ ਹੈ, ਜਿਹੜਾ ਬੰਦਾ ਆਪਣੀ ਗਲਤੀ ਨੂੰ ਮੰਨ ਲਏ। ਇੱਥੇ ਹੁਣ ਮਹਾਰਾਜ ਕਹਿੰਦੇ ਹਉ ਕਿਉਂ ਕਰ ਫਿਰ ਭੋਮਿਓ ਇਆਣੀ, ਮੈਂ ਵਿੱਚ ਦੋਸ਼ ਹਉ ਕਿਉਂ ਕਰ ਫਿਰ ਪਾਵਾਂ। ਦੋਸ਼ ਤੇ ਮੇਰੇ ਵਿੱਚ ਹੀ ਨੇ, ਅਸੀਂ ਹਉਮੈ ਨਾਲ ਭਰੇ ਹੋਏ ਹਾਂ, ਇਨਕਾਰ ਨਾਲ ਭਰੇ ਹੋਏ ਹਾਂ। ਹਾਜੂ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ, ਅਸੀਂ ਉਸ ਮਾਲਕ ਨੂੰ ਫਿਰ ਕਿਵੇਂ ਪਾ ਸਕਦੇ ਹਾਂ। ਪ੍ਰਭੂ ਨੂੰ ਦੋਸ਼ ਤੇ ਸਾਡੇ ਵਿੱਚ ਨੇ। ਤੇਰੇ ਅਨੇਕ ਪਿਆਰੇ ਹਉ ਫਿਰ ਚਿਤ ਨਾ ਆਵਾ। ਹੇ ਪ੍ਰਭੂ, ਕੱਲਾ ਮੈਂ ਹੀ ਥੋੜ੍ਹੀ ਤੈਨੂੰ ਸਿਮਰਨ ਵਾਲਾ, ਤੇਰਾ ਪਿਆਰਾ ਕੱਲਾ ਮੈਂ ਹੀ ਥੋੜ੍ਹੀ, ਤੇਰੇ ਤੇ ਅਨੇਕਾਂ ਹੋਰ ਨੇ। ਸਾਡੀ ਤੇ ਕਿਸੇ ਪਾਸੇ ਗਿਣਤੀ ਵੀ ਨਹੀਂ ਆਉਂਦੀ, ਅਸੀਂ ਤੈਨੂੰ ਚੇਤੇ ਕਿਵੇਂ ਆ ਸਕਦੇ ਹਾਂ। ਤੇਰੀ ਨਜ਼ਰ ਥੱਲੇ ਅਸੀਂ ਕਿਵੇਂ ਆ ਸਕਦੇ ਹਾਂ। ਸਾਡੇ ਤੋਂ ਅੱਗੇ ਬੜੀ ਲੰਬੀ ਲਾਈਨ ਲੱਗੀ, ਤੈਨੂੰ ਸਿਮਰਨ ਵਾਲਿਆਂ ਦੀ, ਤੈਨੂੰ ਪਿਆਰ ਕਰਨ ਵਾਲਿਆਂ ਦੀ, ਤੇਰੇ ਨਾਲ ਜੁੜਿਆ ਹੋਇਆਂ ਦੀ। ਅਸੀਂ ਤੇ ਬੜੇ ਪਿੱਛੇ ਆ ਜੇ, ਅਸੀਂ ਤੈਨੂੰ ਚਿੱਤ ਕਿਵੇਂ ਆ ਸਕਦੇ ਹਾਂ, ਕਿਉਂਕਿ ਸਾਡੇ 'ਚ ਗੁਣ ਤੇ ਹੈ ਹੀ ਨਹੀਂ ਕੋਈ। ਨਾ ਅਸੀਂ ਤੇਰੀ ਹੁਕਮ ਵਿੱਚ ਮੰਨਦੇ ਹਾਂ, ਨਾ ਤੇਰੀ ਰਜ਼ਾ ਵਿੱਚ ਰਹਿੰਦੇ ਹਾਂ, ਦੋਸ਼ਾਂ ਨਾਲ ਭਰੇ ਹੋਏ ਹਾਂ, ਫਿਰ ਤੈਨੂੰ ਕਿਵੇਂ ਮਿਲ ਸਕਦੇ ਹਾਂ। ਸਵਾਲ ਵੇਖੋ। ਹਾਂਜੀ, ਜਿਨ ਪਿਰ ਰਾਵਿਆ ਸਾ ਭਲੀ ਸੁਹਾਗਣ, ਜਿਨ ਪਿਰ ਰਾਵਿਆ ਸਾ ਭਲੀ ਸੁਹਾਗਣ, ਸੇ ਮੈਂ ਗੁਣ ਨਾਹੀ ਹਉ ਕਿਆ ਕਰੀ ਦੁਹਾਗਣ। ਜਿਨ ਪਿਰ ਰਾਵਿਆ ਸਾ ਭਲੀ ਸੁਹਾਗਣ, ਸੇ ਮੈਂ ਗੁਣ ਨਾਹੀ ਹਉ ਕਿਆ ਕਰੀ ਦੁਹਾਗਣ। ਦੇਖੋ ਉੱਪਰਲੇ ਸ਼ਬਦ ਵਿੱਚ ਵੀ ਮਹਾਰਾਜ ਜੀ ਗੱਲ ਕਹਿ ਕੇ ਆਏ ਨੇ ਕਿ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ, ਸੇ ਮੈਂ ਗੁਣ ਨਾਹੀ ਹਉ ਕਿਉਂ ਮਿਲਾ ਮੇਰੀ ਮਾਇਆ। ਇੱਥੇ ਵੀ ਮਹਾਰਾਜ ਇਹੋ ਕਹਿੰਦੇ ਨੇ ਕਿ ਕਿਉਂਕਿ ਗੁਣਾਂ ਦੀ ਸਾਂਝ ਹੈ। ਜਿਨ ਪਿਰ ਰਾਵਿਆ ਸਾ ਭਲੀ ਸੁਹਾਗਣ, ਜਿਨ੍ਹਾਂ ਨੇ ਮੇਰੇ ਉਸ ਮਾਲਕ ਨੂੰ, ਉਸ ਪ੍ਰਭੂ ਦੇ ਗੁਣਾਂ ਨੂੰ ਆਨੰਦ ਮਾਣਿਆ, ਜਿਹੜੇ ਉਸ ਪਰਮਾਤਮਾ ਵਰਗੇ ਹੋ ਗਏ। ਪਰਮਾਤਮਾ ਕੀ ਹੈ? ਉਹ ਦਿਆਲੂ ਹੈ, ਕਿਰਪਾਲੂ ਹੈ, ਮਿੱਠ ਬੋਲੜਾ ਹੈ, ਔਗਣ ਨਹੀਂ ਚਿਤਾਰਦਾ, ਉਹ ਬਖਸ਼ਿੰਦ ਹੈ, ਉਹ ਦਇਆਵਾਨ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ। ਆਪਣੇ ਅੰਦਰ ਵੇਖੋ, ਧਿਆਨ ਮਾਰ ਕੇ ਆਪਾਂ ਵੀ ਕੀ ਇਹ ਸਾਡੇ ਵਿੱਚ ਗੁਣ ਹੈਗੇ, ਤਾਂ ਹੀ ਮਿਲ ਸਕਾਂਗੇ ਨਾ ਅਸੀਂ ਉਹਨੂੰ। ਵੇਖਣ ਨੂੰ ਤੇ ਤਰਲ ਪਦਾਰਥ ਪੈਟਰੋਲ ਵੀ ਹੈ, ਵੇਖਣ ਨੂੰ ਤਰਲ ਪਦਾਰਥ ਪਾਣੀ ਵੀ ਹੈ। ਪਾਣੀ ਤੇ ਪੈਟਰੋਲ ਮਿਲ ਨਹੀਂ ਸਕਦੇ, ਮਿਲਾ ਕੇ ਦੇਖ ਲਓ, ਕਿਉਂਕਿ ਗੁਣ ਨਹੀਂ ਮਿਲਦੇ ਉਹਨਾਂ ਦੇ। ਉਹ ਬੁਝਾਉਣ ਵਾਲਾ ਹੈ, ਅੱਗ ਲਾਉਣ ਵਾਲਾ, ਉਹ ਉੱਪਰ ਰਹਿ ਜਾਏਗਾ। ਦੁੱਧ ਨਾਲ ਮਿਲਦੇ ਨੇ, ਦੁੱਧ ਦਾ ਪ੍ਰੇਮ ਹੈ ਪਾਣੀ ਦਾ ਦੁੱਧ ਨਾਲ। ਵੇਖੋ ਦੁੱਧ ਨੂੰ ਸੜਨ ਨਹੀਂ ਦਿੰਦਾ, ਪਹਿਲਾਂ ਆਪਣੇ ਆਪ ਨੂੰ ਫੂਕ ਲੈਂਦਾ ਹੈ। ਇਸੇ ਕਰਕੇ ਮਾਰੇ ਕਹਿੰਦੇ ਸਪਸ਼ਟ ਕਰਨ, ਜਿਨ ਪਿਰ ਰਾਵਿਆ, ਜਿਨ੍ਹਾਂ ਨੇ ਮੇਰੇ ਪ੍ਰਭੂ ਨੂੰ ਭੋਗਿਆ, ਸਿਮਰਿਆ, ਧਿਆਇਆ, ਯਾਦ ਕੀਤਾ, ਉਹ ਸੁਹਾਗਣਾ ਨੇ, ਉਹ ਗੁਰਮੁਖ ਨੇ। ਸੇ ਮੈਂ ਗੁਣ ਨਾਹੀ ਹਉ ਕਿਆ ਕਰੀ ਦੁਹਾਗਣ।
ਉਹਨਾਂ ਵਰਗੇ ਗੁਣ ਮੇਰੇ ਵਿੱਚ ਨਹੀਂ ਹਨ, ਇਸ ਕਰਕੇ ਮੈਂ ਵਿਛੜੀ ਹੋਈ ਹਾਂ ਦੁਹਾਗਣ। ਮੇਰੇ ਵਿਛੋੜੇ ਦਾ ਕਾਰਨ ਹੀ ਮੇਰੇ ਔਗਣ ਨੇ, ਇਸ ਕਰਕੇ ਮੈਂ ਉਸ ਮਾਲਕ ਤੋਂ ਵਿਛੜ ਗਈ। ਹਾਂਜੀ। ਨਿਤ ਸੁਹਾਗਣ ਸਦਾ ਪਿਰ ਰਾਵੈ, ਮੈਂ ਕਰਮਹੀਣ ਕਵਹੀ ਗਲ ਲਾਵੈ। ਨਿਤ ਸੁਹਾਗਣ ਸਦਾ ਪਿਰ ਰਾਵੈ। ਤੇ ਮਾਰਗ ਨੇ ਜਿਹੜੇ ਗੁਰਮੁਖ ਨੇ, ਜਿਹੜੀਆਂ ਸੁਹਾਗਣਾਂ ਨੇ, ਉਸ ਜੀਵਾਤਮਾ, ਉਹ ਨਿਤ ਹਰ ਰੋਜ਼ ਉਸ ਪਿਆਰੇ ਨੂੰ ਸਿਮਰਦੀਆਂ ਨੇ, ਉਹਦੇ ਨਾਲ ਜੁੜੀਆਂ ਰਹਿੰਦੀਆਂ ਨੇ। ਮੈਂ ਕਰਮਹੀਨ ਕਬਹੀ ਗਲ ਲਾਵੈ। ਤੇ ਮੈਨੂੰ ਕਰਮਹੀਨ ਨੂੰ, ਭਾਗਾਂ ਤੋਂ ਹੀਣੀ ਨੂੰ ਕਦੇ ਸਾਨੂੰ ਵੀ ਗਲ ਨਾਲ ਲਾ ਲਏ, ਕਦੇ ਸਾਨੂੰ ਵੀ ਆਪਣੇ ਨਾਲ ਜੋੜ ਲਏ। ਉਹ ਮਾਲਕ, ਅਸੀਂ ਤੇ ਅਰਦਾਸ ਹੀ ਕਰ ਸਕਦੇ ਹਾਂ ਨਾ, ਕਿਰਪਾ ਕਰੇ ਸਾਡੇ ਤੇ, ਸਾਡੇ ਅੰਦਰ ਵੀ ਕਿਤੇ ਵੇਖ ਲਵੇ, ਸਾਡੇ ਵੱਲ ਵੀ ਕਿਰਪਾ ਦ੍ਰਿਸ਼ਟੀ ਵੱਲ, ਸਾਨੂੰ ਵੀ ਆਪਣੇ ਗਲ ਨਾਲ ਲਾ ਲਏ। ਹਾਂਜੀ। ਤੂੰ ਪਿਰ ਗੁਣਵੰਤਾ ਹਉ ਔਗਣਿਆਰਾ, ਗੁਣਵੰਤਾ ਹਉ ਔਗਣਿਆਰਾ। ਮੈਂ ਨਿਰਗੁਣ ਬਖਸ਼ ਨਾਨਕ ਵਿਚਾਰਾ। ਤੂੰ ਪਿਰ ਗੁਣਵੰਤਾ ਹਉ ਨਿਰਗੁਣਿਆਰਾ। ਹੇ ਪ੍ਰਭੂ, ਤੂੰ ਪਿਰ ਗੁਣਵੰਤਾ ਹਉ ਔਗਣਿਆਰਾ। ਤੂੰ ਪਿਰ ਮਾਲਕ ਹੈ ਸਾਡਾ, ਤੂੰ ਤੇ ਗੁਣਾਂ ਨਾਲ ਭਰਪੂਰ ਹੈ, ਅਸੀਂ ਔਗਣਾਂ ਨਾਲ ਭਰੇ ਪਏ ਹਾਂ। ਜਦੋਂ ਅਸੀਂ ਆਪਣੇ ਅੰਦਰ ਵੇਖਦੇ ਹਾਂ, ਬਾਣੀ ਦਾਸ ਨੇ ਪਹਿਲਾਂ ਵੀ ਗੱਲ ਕੀਤੀ ਕਿ ਬਾਣੀ ਸ਼ੀਸ਼ੇ ਦੀ ਵਰਗੀ ਹੈ। ਜਿਸ ਤਰ੍ਹਾਂ ਸ਼ੀਸ਼ੇ ਮੂਹਰੇ ਖਲੋ ਜਾਂਦੇ ਹਾਂ ਨਾ ਆਪਾਂ, ਤੇ ਆਪਣੇ ਸਰੀਰ ਦੇ ਔਗਣ ਵੇਖ ਲੈਂਦੇ ਹਾਂ ਤੇ ਉਹਨੂੰ ਠੀਕ ਕਰ ਲੈਂਦੇ ਹਾਂ। ਇਸ ਤਰ੍ਹਾਂ ਜਦੋਂ ਬਾਣੀ ਦੇ ਸਨਮੁਖ ਹੁੰਦੀ ਹੈ ਜੀਵਾਤਮਾ, ਉਦੋਂ ਆਪਣੇ ਅੰਦਰ ਝਾਕਦੀ ਹੈ, ਉਦੋਂ ਆਪਣਾ ਐਨਾਲਿਸਿਸ ਕਰ ਲੈਂਦੇ ਹਾਂ ਅਸੀਂ ਕਿ ਆ ਔਗਣਾ ਕਰਕੇ ਅਸੀਂ ਆਪਣੇ ਮਾਲਕ ਨੂੰ ਨਹੀਂ ਮਿਲ ਸਕੇ, ਆਪਣੇ 'ਚ ਆ ਔਗਣ ਨੇ, ਮਨਾ ਇਹਨੂੰ ਠੀਕ ਕਰ। ਇੱਥੇ ਮਹਾਰਾਜ ਨੇ ਸਾਨੂੰ ਸ਼ੀਸ਼ਾ ਵਿਖਾ ਦਿੱਤਾ ਪੂਰਨ ਤੌਰ ਤੇ ਕਿ ਪ੍ਰਭੂ, ਤੂੰ ਫਿਰ ਗੁਣਵੰਤਾ ਹਉ ਔਗਣਿਆਰਾ, ਮੈਂ ਨਿਰਗੁਣ ਬਖਸ਼ ਨਾਨਕ ਵਿਚਾਰਾ। ਇਹ ਪ੍ਰਭੂ, ਮੇਰੇ ਵਿੱਚ ਤੇ ਗੁਣੀ ਕੋਈ ਨਹੀਂ, ਮੈਂ ਤੇ ਵਿਚਾਰਾ ਜਿਹਾ ਹੋ ਕੇ, ਨਿਮਾਣਾ ਜਿਹਾ ਹੋ ਕੇ ਤੇਰੇ ਦਰ ਤੇ ਡਿੱਗਿਆ ਆ ਕੇ, ਹੁਣ ਤੂੰ ਬਖਸ਼ ਲੈ, ਕਿਉਂਕਿ ਤੇਰਾ ਸੁਭਾਅ ਬਖਸ਼ਿੰਦ ਹੈ। ਤੂੰ ਕਿਰਪਾ ਕਰ, ਬਖਸ਼ ਲੈ ਸਾਨੂੰ ਔਗੁਣਾ ਆਰਿਆਂ ਨੂੰ ਆਪਣੇ ਦਰ ਤੇ ਥਾਂ ਦੇ, ਕਿਰਪਾ ਕਰ ਸਾਡੇ ਉੱਤੇ, ਬਖਸ਼ਿਸ਼ ਕਰ। ਤੇ ਇਹ ਜਿਹੜੇ ਸ਼ਬਦ ਨੇ, ਇੱਕ ਤਰਲ ਹੈ ਜੀਵਨ ਦਾ, ਅੰਦਰੋਂ ਆਤਮਾ ਦਾ। ਮਹਾਰਾਜ ਨੇ ਸਾਨੂੰ ਇੱਕ ਜਾਂਚ ਸਿਖਾਈ ਕਿ ਆਪਣੇ ਔਗੁਣਾਂ ਵੱਲ ਨਾ ਵੇਖੀ ਜਾ, ਉਸ ਪ੍ਰਮਾਤਮਾ ਦੇ ਗੁਣਾਂ ਵੱਲ ਵੀ ਵੇਖ। ਕਿੰਨਾ ਹੀ ਪਾਪੀ ਹੋਵੇ, ਕਿੰਨਾ ਹੀ ਔਗਣਿਆਰਾ ਹੋਵੇ, ਜਦੋਂ ਉਹਦੇ ਦਰ ਤੇ ਡਿੱਗ ਪੈਂਦਾ, ਉਹਦਾ ਸੁਭਾਅ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਉਹ ਆਪਣੇ ਗਲ ਨਾਲ ਲਾ ਲੈਂਦਾ ਹੈ। ਇਸ ਕਰਕੇ ਲੋੜ ਹੈ ਆਪਣੀ ਮੈਂ ਨੂੰ, ਆਪਣੀ ਹਉਮੈ ਨੂੰ, ਆਪਣੇ ਹੰਕਾਰ ਨੂੰ ਛੱਡ ਕੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਡਿੱਗਦੇ ਹਾਂ ਕਿ ਫਿਰ ਉਹ ਗਲ ਨਾਲ ਲਾ ਲੈਂਦਾ। ਇੱਕੋ ਇੱਕ ਤਰੀਕਾ ਹੈ। ਵਾਹਿਗੁਰੂ ਵਾਹਿਗੁਰੂ। मेरे राम हम बारक हर प्रभ के हैं ए आणे, हम बारक हर प्रभ के हैं ए आणे।